ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਜੋ ਸੁਪਰੀਮ ਕੋਰਟ ਆ ਮੰਨ ਕੇ ਚੱਲਦੀ ਹੈ ਕਿ ਸਰਕਾਰ ਜੋ ਵੀ ਐਕਟ ਬਣਾਊਗੀ ਉਹ ਕਨਸਟੀਟਿਊਸ਼ਨਲ ਹੋਊਗਾ। ਜੇ ਤੁਹਾਨੂੰ ਉਸ ਤੇ ਕੋਈ ਦਿੱਕਤ ਲੱਗ ਰਹੀ ਹੈ ਜਾਂ ਕਿਸੇ ਸਟੇਟ ਨੂੰ ਕੋਈ ਦਿੱਕਤ ਲੱਗ ਰਹੀ ਹੈ, ਉੱਥੇ ਜਾਵੇ, ਉਸ ਨੂੰ ਅਨਕਨਸਟੀਟਿਊਸ਼ਨਲ ਪ੍ਰੂਵ ਕਰੇ ਤੇ ਉਸ ਨੂੰ ਖਤਮ ਕਰਵਾ ਦੇਵੇ। ਠੀਕ ਹੈ, ਤਾਂ ਇਸ ਦੇ ਵਿੱਚ ਹੋਰ ਵੀ ਕਈ ਗੱਲਾਂ ਨੇ ਕਿ ਹਜੇ ਤੱਕ ਕਿਸੇ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਸ ਤੇ ਕੋਈ ਵੀ ਜੋ ਪਟੀਸ਼ਨ ਨਹੀਂ ਪਾਈ, ਕਿਉਂਕਿ ਇਹ ਕੇਸ ਅੱਧਾ ਘੰਟਾ ਵੀ ਉੱਥੇ ਨਹੀਂ ਟਿਕਣਾ ਸੀਗਾ। ਹੁਣ ਆਪਾਂ ਇਸ ਦੇ ਵਿੱਚ ਗੱਲ ਕਰ ਰਹੇ ਹਾਂ ਪ੍ਰੋਸੀਜਰ ਦੀ, ਕਿਉਂਕਿ ਵੈਸੇ ਪ੍ਰੋਸੀਜਰ ਦੀ ਗੱਲ ਕਰਨੀ ਨਹੀਂ ਹੁੰਦੀ, ਪਰ ਇਸ ਐਕਟ ਦੇ ਵਿੱਚ ਪ੍ਰੋਸੀਜਰ ਦੀ ਗੱਲ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਤੇ ਬੜਾ ਰੌਲਾ ਪਿਆ ਕਿ ਇਸ ਨੂੰ ਸਰਕਾਰ ਨੇ ਜ਼ਬਰਦਸਤੀ ਪਾਸ ਕਰਵਾ ਲਿਆ। ਤਾਂ ਉਸ ਦੇ ਵਿੱਚ ਕੀ ਕੀ ਗੱਲਾਂ ਹੋਈਆਂ, ਕਿਸ ਤਰੀਕੇ ਨਾਲ ਹੋਇਆ, ਸਰਕਾਰ ਪਾਸ ਕਰਾ ਸਕਦੀ ਸੀ, ਨਹੀਂ ਕਰਾ ਸਕਦੀ ਸੀ, ਜਾਂ ਹੁਣ ਉਸ ਨੂੰ ਆਪਾਂ ਰੱਦ ਕਰਾ ਸਕਦੇ ਹਾਂ ਕਿ ਨਹੀਂ ਕਰਾ ਸਕਦੇ ਕਿ ਉਹ ਸਾਰੀਆਂ ਚੀਜ਼ਾਂ ਤੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕਿ ਸਰਕਾਰ ਇਸ ਨੂੰ ਆਰਡੀਨੈਂਸ ਦੇ ਤੌਰ ਤੇ ਲੈ ਕੇ ਆਈ 5 ਜੁਲਾਈ ਨੂੰ, 5/6/2020 ਨੂੰ ਇਸ ਨੂੰ ਐਜ਼ ਏ ਆਰਡੀਨੈਂਸ ਸਰਕਾਰ ਨੇ ਪੇਸ਼ ਕੀਤਾ। ਆਰਡੀਨੈਂਸ ਕੀ ਹੈ ਕਿ ਜਦੋਂ ਸੈਸ਼ਨਸ ਨਹੀਂ ਚੱਲ ਰਹੇ ਹੁੰਦੇ, ਵਿਦਆਊਟ ਸੈਸ਼ਨ ਕੋਈ ਵੀ ਜੋ ਕਾਨੂੰਨ ਹੈਗਾ, ਵਿਦਆਊਟ ਸੈਸ਼ਨ ਕੋਈ ਵੀ ਕਾਨੂੰਨ ਜਿਹੜਾ ਹੈਗਾ ਗਵਰਨਮੈਂਟ ਲੈ ਕੇ ਆਉਂਦੀ ਹੈ, ਤਾਂ ਉਸ ਨੂੰ ਨੈਕਸਟ ਸੈਸ਼ਨ ਇੱਕ ਲਿਮਿਟਡ ਟਾਈਮ ਹੁੰਦਾ, ਉਹਦੇ ਵਿੱਚ ਉਸ ਨੂੰ ਪਾਸ ਕਰਾਉਣਾ ਜ਼ਰੂਰੀ ਹੁੰਦਾ। ਤਾਂ ਉਸ ਤੋਂ ਬਾਅਦ ਜਿਹੜਾ ਨੈਕਸਟ ਸੈਸ਼ਨ ਆਇਆ ਉਹ ਆਇਆ ਮੌਨਸੂਨ ਸੈਸ਼ਨ। ਮੌਨਸੂਨ ਸੈਸ਼ਨ ਸੀਗਾ ਜਿਹੜਾ ਉਹ 14 ਸਤੰਬਰ ਤੋਂ 1 ਅਕਤੂਬਰ 2020 ਤੱਕ ਚੱਲਣਾ ਸੀਗਾ। ਤਾਂ 14 ਸਤੰਬਰ ਤੋਂ 1 ਅਕਤੂਬਰ 2020 ਦੇ ਵਿੱਚ ਸਰਕਾਰ ਨੇ ਇਸ ਨੂੰ ਪਾਸ ਕਰਾਉਣਾ ਸੀ। ਤਾਂ ਇਸ ਦੇ ਵਿੱਚ ਦੋ ਸੈਸ਼ਨ ਨੇ, ਆਪਾਂ ਨੂੰ ਪਤਾ ਲੋਕ ਸਭਾ ਤੇ ਰਾਜ ਸਭਾ। ਲੋਕ ਸਭਾ ਦੇ ਵਿੱਚ ਆਲਰੇਡੀ ਜੋ ਹੈ ਐਨਡੀਏ ਗਵਰਨਮੈਂਟ ਮੈਜੋਰਿਟੀ ਦੇ ਵਿੱਚ ਨੇ, ਲੋਕ ਸਭਾ ਦੇ ਵਿੱਚ ਐਨਡੀਏ ਦੇ ਜੋ ਹੈ 353 ਐਮਪੀਜ਼ ਨੇ, ਤਾਂ ਆਬਵੀਅਸਲੀ ਉੱਥੋਂ ਦਾ ਜੋ ਕਹਿਤਾ ਦਿੱਤਾ ਗਿਆ ਤਾਂ ਪਾਸ ਹੋਣਾ ਹੀ ਹੋਣਾ ਸੀਗਾ। ਦੂਸਰੀ ਚੀਜ਼ ਜਿਹੜੀ ਹੈਗੀ ਹੈ ਕਿ ਰਾਜ ਸਭਾ ਦੀ ਆਪਾਂ ਗੱਲ ਕਰੀਏ ਤਾਂ ਰਾਜ ਸਭਾ ਦੇ ਵਿੱਚ ਟੋਟਲ ਮੈਂਬਰਸ ਨੇ 242 ਤੇ ਜੋ ਮੈਜੋਰਿਟੀ ਲਈ ਪਾਸ ਕਰਨੇ ਚਾਹੀਦੇ 122 ਰਿਕੁਆਇਰਡ ਇਸ ਦੇ ਵਿੱਚ ਹੈਗੇ। ਹੁਣ ਮੈਂ ਗੱਲ ਕਰਦਾ ਜਿਸ ਤਰੀਕ ਨੂੰ ਐਕਟ ਪੇਸ਼ ਹੋਇਆ, ਸ਼ਾਇਦ 19 ਜਾਂ 20 ਸਤੰਬਰ ਨੂੰ ਜੋ ਹੈ ਆਪਣੇ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਗਿਆ। ਤਾਂ ਉਸ ਦਿਨ ਦੀ ਜੇ ਆਪਾਂ ਅਟੈਂਡੈਂਸ ਚੈੱਕ ਕਰੀਏ ਤਾਂ ਉਸ ਦਿਨ ਜੋ ਅਟੈਂਡੈਂਸ ਸੀ ਲਗਭਗ 200 ਦੇ ਕਰੀਬ ਸੀ, 200 ਪਲੱਸ ਜਿਹੜੀ ਅਟੈਂਡੈਂਸ ਸੀਗੀ। ਤੇ ਉਸ ਦਿਨ ਵੀ ਜੋ ਆਪੋਜੀਸ਼ਨ ਦੇ ਪਰਸਨਸ ਨੇ ਕਰੋਨਾ ਵਾਇਰਸ ਕਰਕੇ ਘੱਟ ਪ੍ਰੈਜ਼ੈਂਟ ਸੀ। ਬੀਜੇਪੀ ਦੇ ਜੋ ਮੈਂਬਰਸ ਨੇ ਉਹ ਅਪਰੋਕਸੀਮੇਟਲੀ 105 to 110 ਰਾਜ ਸਭਾ ਦੇ ਵਿੱਚ ਰਹਿੰਦੇ ਨੇ, ਕਿਉਂਕਿ ਬਾਕੀ ਪਾਰਟੀਆਂ ਤੋਂ ਇਹ ਸਪੋਰਟ ਲੈ ਲੈਂਦੇ ਨੇ ਐਜ਼ ਪਰ ਐਕਟ। ਤਾਂ ਇਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜੋ ਸ਼ਿਵ ਸੈਨਾ ਹੈ, ਸ਼ਿਵ ਸੈਨਾ ਨੇ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਐਕਟ ਦੇ ਲਈ ਸਪੋਰਟ ਕੀਤਾ ਸੀ। ਤਾਂ ਇਸ ਦਾ ਮਤਲਬ ਇਹ ਸੀਗਾ ਕਿ ਰਾਜ ਸਭਾ ਦੇ ਵਿੱਚ ਉਹ ਇਸ ਦੇ ਆਪੋਜੀਸ਼ਨ ਨਹੀਂ ਜਾਣਗੇ, ਹੋ ਸਕਦਾ ਉਹ ਸ਼ਾਂਤ ਰਹਿਣ। ਵਾਈਐਸਆਰ ਕਾਂਗਰਸ ਆ, ਉਹਨੇ ਵੀ ਕਿਹਾ ਸੀ ਇਸ ਤੁਹਾਨੂੰ ਸਪੋਰਟ ਕਰਾਂਗੇ, ਹੋਰ ਵੀ ਕਈ ਪਾਰਟੀਆਂ ਨੇ ਕਿਹਾ ਸੀ ਇਸ ਤੁਹਾਨੂੰ ਸਪੋਰਟ ਕਰਾਂਗੇ। ਤਾਂ ਮੈਨੂੰ ਜੋ ਲੱਗਦਾ ਹੈ, ਮੈਂ ਜੋ ਕੈਲਕੂਲੇਸ਼ਨ ਇਸ ਅਟੈਂਡੈਂਸ ਨੂੰ ਦੇਖ ਕੇ ਆਨਲਾਈਨ ਤੁਸੀਂ ਵੀ ਚੈੱਕ ਕਰ ਸਕਦੇ ਹੋ ਡੇਲੀ ਦੀ ਅਟੈਂਡੈਂਸ, ਉਸ ਅਟੈਂਡੈਂਸ ਨੂੰ ਦੇਖਦੇ ਹੋਏ ਜੋ ਮੈਂ ਅੰਦਾਜ਼ਾ ਲਗਾਇਆ ਕਿ ਜੇ VOTING ਵੀ ਹੁੰਦੀ ਤਾਂ ਬੀਜੇਪੀ ਕੋਲੇ 4 ਤੋਂ 5 ਮੈਂਬਰ ਉਸ ਦਿਨ ਵੱਧ ਹੋਣੇ ਸੀ ਸੈਂਟਰ ਗਵਰਨਮੈਂਟ ਕੋਲੇ, ਤੇ ਇਸ ਐਕਟ ਨੂੰ ਉਹ ਪਾਸ ਕਰਾ ਸਕਦੀ ਸੀ। ਹੁਣ ਗੱਲ ਕਰਦੇ ਹਾਂ ਕਿ ਉਹਨਾਂ ਨੇ ਵੌਇਸ ਵੋਟ ਕਿਉਂ ਕਰਾਇਆ, ਇਸ ਤੇ ਬੜਾ ਮੁੱਦਾ ਹੈਗਾ। ਸਿੰਪਲ VOTING ਜਾਂ ਬੈਲਟ VOTING ਕਿਉਂ ਨਹੀਂ ਕਰਾਈ? ਉਹਦੇ ਵਿੱਚ ਕੀ ਹੈ ਕਿ ਉਹਦੀ ਇੱਕ ਪ੍ਰੀ ਕੰਡੀਸ਼ਨ ਹੈ ਕਿ ਜਦੋਂ ਵੀ ਇਹ VOTING ਹੋਣੀ ਹੈ ਤਾਂ ਸਾਰੇ ਮੈਂਬਰਸ ਆਪਦੀ ਸੀਟਸ ਤੇ ਬੈਠੇ ਹੋਣੇ ਚਾਹੀਦੇ ਨੇ। ਤਾਂ ਸਾਰੇ ਮੈਂਬਰਸ ਆਪਦੀ ਸੀਟਸ ਤੇ ਇਸ ਕਰਕੇ ਨਹੀਂ ਸੀ ਕਿ ਕਰੋਨਾ ਕਰਕੇ, ਕੋਵਿਡ ਕਰਕੇ ਸਾਰਿਆਂ ਨੂੰ ਦੂਰ ਦੂਰ ਬਿਠਾਇਆ ਜਾਂਦਾ ਹੈ, ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਵੌਇਸ ਵੋਟ ਕਰਾਇਆ। ਇੱਕ ਹੋਰ ਜੋ ਇਸ ਦੇ ਵਿੱਚ ਮੁੱਦਾ ਉੱਠ ਕੇ ਆ ਰਿਹਾ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ ਤੇ ਇਸ ਨੂੰ ਰੱਦ ਕਰਾਵਾਂਗੇ। ਤਾਂ ਉਸ ਦੇ ਲਈ ਕੀ ਜਵਾਬ ਹੈਗਾ, ਉਸ ਨੂੰ ਮੈਂ ਪੜਿਆ ਕਿ ਸੁਪਰੀਮ ਕੋਰਟ ਜੋ ਸੰਸਦ ਦੀ ਕਾਰਵਾਈ ਤੇ ਕੋਈ ਕਾਰਵਾਈ ਕਰ ਸਕਦਾ ਕਿ ਨਹੀਂ ਕਰ ਸਕਦਾਗਾ। ਤਾਂ ਇੱਕ ਆਰਟੀਕਲ 122 ਹੈ ਸੰਵਿਧਾਨ ਦੇ ਵਿੱਚ, ਜਿਸ ਦੇ ਅੰਡਰ ਕੀ ਹੈਗਾ ਕਿ ਕੋਈ ਵੀ ਕਾਰਵਾਈ ਜਿਹੜੀ ਸੰਸਦ ਦੇ ਵਿੱਚ ਹੋਈ ਹੈ ਉਸ ਤੇ ਸੁਪਰੀਮ ਕੋਰਟ ਕੁਝ ਨਹੀਂ ਕਹਿ ਸਕਦਾ। ਤਾਂ ਇੱਥੇ ਕਾਟਾ ਵੱਜ ਜਾਂਦਾ ਹੈ ਕਿ ਸੁਪਰੀਮ ਕੋਰਟ ਜਾ ਕੇ ਇਸ ਨੂੰ ਆਪਾਂ ਰੱਦ ਕਰਾ ਸਕਦੇ ਹਾਂ। ਇਸ ਨੂੰ ਸਿਰਫ ਤੇ ਸਿਰਫ ਐਜ਼ ਪਰ ਦਾ ਰੂਲ ਆਫ ਰਾਜ ਸਭਾ ਰੂਲਸ ਐਂਡ ਰੈਗੂਲੇਸ਼ਨਸ ਦੇ ਅਕੋਰਡਿੰਗ ਆਪਾਂ ਇਸ ਨੂੰ ਕੈਂਸਲ ਆਊਟ ਕਰਾ ਸਕਦੇ ਹਾਂ। ਹੋਰ ਆਪਣੇ ਕੋਲੇ ਇਸ ਤੋਂ ਇਲਾਵਾ ਕੋਈ ਆਪਸ਼ਨ ਨਹੀਂ। ਦੂਸਰੀ ਆਪਸ਼ਨ ਹੈ ਕਿ ਇੱਕ ਜੋ ਸਭ ਤੋਂ ਪਹਿਲੀ ਡਿਮਾਂਡ ਆਈ ਸੀ ਕਿ ਇਸ ਨੂੰ ਸਿਲੈਕਸ਼ਨ ਕਮੇਟੀ ਕੋਲੇ ਭੇਜਿਆ ਜਾਵੇ। ਜਦੋਂ ਪਤਾ ਹੈ ਗਵਰਨਮੈਂਟ ਇੱਕ ਆਰਡੀਨੈਂਸ ਲੈ ਕੇ ਆਈ ਹੈ, ਉਸ ਦੇ ਕੋਲੇ ਆਈ ਟਾਈਮ ਹੈ ਇਸ ਦੇ ਵਿੱਚ ਉਸ ਨੂੰ ਪਾਸ ਕਰਾਉਣਾ। ਜੇ ਸਿਲੈਕਸ਼ਨ ਕਮੇਟੀ ਜਾਣਾ ਸੀ ਤਾਂ ਉਹਦਾ ਟਾਈਮ ਨਿਕਲ ਜਾਣਾ ਸੀ ਤੇ ਆਟੋਮੈਟਿਕਲੀ ਕੈਂਸਲ ਹੋ ਜਾਣਾ ਸੀ। ਤਾਂ ਇਸ ਤੇ ਸਰਕਾਰ ਦਾ ਹੀ ਸਭਾਪਤੀ ਨੇ, ਜੋ ਵਾਈਸ ਪ੍ਰੈਜ਼ੀਡੈਂਟ ਨੇ ਵੈਂਕਈਆ ਨਾਇਡੂ ਜੀ, ਉਹ ਵੀ ਗਵਰਨਮੈਂਟ ਦੇ ਨੇ, ਠੀਕ ਹੈ। ਜੋ ਡਿਪਟੀ ਚੇਅਰਮੈਨ ਨੇ ਰਾਜ ਸਭਾ ਦੇ ਉਹ ਵੀ ਗਵਰਨਮੈਂਟ ਦੇ ਨੇ। ਤਾਂ ਕਿਤੇ ਨਾ ਕਿਤੇ ਸਿਲੈਕਸ਼ਨ ਕਮੇਟੀ ਤੇ ਵੀ ਸਰਕਾਰ ਨੇ ਪਹਿਲਾਂ ਕਿਹਾ ਸੀ ਅਸੀਂ ਕਿ ਨਹੀਂ ਜਾਣਾਗਾ, ਪਰ ਫਿਰ ਵੀ ਮੈਂ ਮੰਨਦਾ ਕਿ ਆਪਾਂ ਇਹ ਮੰਨ ਕੇ ਚੱਲੀਏ ਕਿ ਸਰਕਾਰ ਕੋਲੇ ਮੈਜੋਰਿਟੀ ਨਹੀਂ ਸੀ ਉਸ ਦਿਨ ਦੀ। ਉਸ ਤੋਂ ਇਲਾਵਾ ਫਿਰ ਵੀ ਕੀ ਆਪਸ਼ਨ ਬਚਦਾ ਹੈ? ਉਸ ਦੇ ਵਿੱਚ ਕੀ ਹੈ ਕਿ ਆਪਾਂ ਇਸ ਨੂੰ ਫਿਰ ਵੀ 2-4 ਦਿਨ ਲਈ ਇਸ ਪ੍ਰੋਸੈਸ ਨੂੰ ਡਿਲੇ ਕਰ ਸਕਦੇ ਸੀ, ਰੋਕ ਨਹੀਂ ਸਕਦੇ ਸੀ। ਕਿਵੇਂ ਰੋਕ ਸਕਦੇ ਸੀ, ਮੈਂ ਉਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ। ਸਭ ਤੋਂ ਪਹਿਲਾਂ ਕਿ ਇੱਕ ਜੁਆਇੰਟ ਸੈਸ਼ਨ ਅਸੈਂਬਲੀ ਹੈਗੀ ਹੈ, ਉਹ ਕਾਲ ਕੀਤੀ ਜਾ ਸਕਦੀ ਹੈ। ਹੁਣ ਉਸ ਦਾ ਪ੍ਰੋਸੀਜਰ ਕੀ ਹੁੰਦਾ ਕਿ ਜਦੋਂ ਇਹ ਬਿੱਲ ਉਸ ਦਿਨ ਰਾਜ ਸਭਾ 'ਚ ਪਾਸ ਨਹੀਂ ਹੋਣਾ ਸੀ, ਉਸੇ ਦਿਨ ਰਾਜ ਸਭਾ ਦੇ ਸਭਾਪਤੀ ਨੇ ਲੋਕ ਸਭਾ ਦੇ ਸਭਾਪਤੀ ਨੂੰ ਇਹ ਭੇਜਣਾ ਸੀ ਕਿ ਇਹ ਬਿੱਲ ਜੋ ਹੈ ਇੱਥੋਂ ਪਾਸ ਨਹੀਂ ਹੋਇਆ। ਜੋ ਲੋਕ ਸਭਾ ਦਾ ਸਭਾਪਤੀ ਹੈ ਉਸਨੇ ਉਸੇ ਟਾਈਮ ਹੀ ਰਾਸ਼ਟਰਪਤੀ ਨੂੰ ਜਾਂ ਬਾਕੀ ਡਾਕੂਮੈਂਟਸ ਨੂੰ, ਕਿਉਂਕਿ ਆਪਾਂ ਨੂੰ ਪਤਾ ਹੈ ਜੋ ਸੈਂਟਰ ਗਵਰਨਮੈਂਟ ਹੈ ਮੋਸਟਲੀ ਪਰਸਨਸ ਜਿਸ ਵੀ ਅਹੁਦੇ ਤੇ ਨੇ ਸਾਰੇ ਇੱਕੋ ਪਾਰਟੀ ਦੇ ਨੇ,
ਤਾਂ ਉਹਨਾਂ ਨੇ ਉਹਨਾਂ ਨੂੰ ਭੇਜਣਾ ਸੀ 1 ਜਾਂ 2 ਦਿਨਾਂ ਦੇ ਵਿੱਚ ਉਹਨਾਂ ਨੇ ਜੁਆਇੰਟ ਸੈਸ਼ਨ ਅਸੈਂਬਲੀ ਜਿਹੜੀ ਬੁਲਾ ਲੈਣੀ ਸੀ, ਜਿਹਦੇ ਵਿੱਚ ਇਹ ਸਾਰੇ ਮੈਂਬਰਸ ਇਕੱਠੇ ਹੋ ਕੇ ਵੋਟਿੰਗ ਕਰਨਗੇ ਤੇ ਵੋਟਿੰਗ ਕਰਕੇ ਜੋ ਨਿਸ਼ਕਰਸ਼ ਨਿਕਲੂਗਾ ਬਿੱਲ ਪਾਸ ਕੀਤਾ ਜਾਊਗਾ। ਹਜੇ ਤੱਕ ਇਹ ਸਿਰਫ 3 ਵਾਰੀ ਹੋਇਆ ਹੈ। ਆਜ਼ਾਦੀ ਤੋਂ ਬਾਅਦ ਜਦੋਂ ਸੰਵਿਧਾਨ ਬਣਿਆ ਇਹ 3 ਵਾਰੀ ਕੀਤਾ ਗਿਆ। ਤਾਂ ਉਸ ਕੈਲਕੂਲੇਸ਼ਨ ਦੀ ਆਪਾਂ ਗੱਲ ਕਰੀਏ, ਜੇ ਸਰਕਾਰ ਨੇ ਪਾਸ ਹੀ ਕਰਨਾ ਆਪਾਂ ਨੂੰ ਰੋਕ ਨਹੀਂ ਸਕਦੇ ਸੀ, ਡਿਲੇ ਕਰ ਸਕਦੇ ਸੀ। ਕਿਵੇਂ? ਲੋਕ ਸਭਾ ਦੇ ਵਿੱਚ 543 ਮੈਂਬਰਸ, ਰਾਜ ਸਭਾ ਦੇ ਵਿੱਚ 242 ਮੈਂਬਰਸ, ਟੋਟਲ 785 ਮੈਂਬਰਸ। ਠੀਕ ਹੈ, ਤਾਂ ਇਸ ਦੇ ਵਿੱਚ ਮੈਜੋਰਿਟੀ ਚਾਹੀਦੀ ਸੀ 393। ਠੀਕ ਹੈ, ਆਪਾਂ ਇਹਨੂੰ 394 ਵੀ ਲਗਾ ਲਈਏ ਚਾਹੇ +1 ਕਰਕੇ, ਤਾਂ 394 ਮੈਂਬਰਸ ਇਹਨਾਂ ਨੂੰ ਮਿਨੀਮਮ ਚਾਹੀਦੇ ਸੀ ਜਿਸ ਦੇ ਨਾਲ ਇਹ ਪਾਸ ਕਰਾ ਸਕਣ। ਹੁਣ ਗੱਲ ਕਰਦੇ ਹਾਂ ਆਪਾਂ ਜੋ ਕੈਲਕੂਲੇਸ਼ਨ ਹੈ ਉਸ ਦੀ। ਲੋਕ ਸਭਾ ਦੇ ਵਿੱਚ ਆਲਰੇਡੀ ਇਹਨਾਂ ਕੋਲੇ 353 ਮੈਂਬਰਸ ਨੇ ਐਨਡੀਏ ਦੇ। ਜੇ ਮੈਂ ਇਸ ਦੇ ਵਿੱਚੋਂ ਸ਼ਿਵ ਸੈਨਾ ਦੀ ਨਾਰਾਜ਼ਗੀ ਕੱਢਦਾ, ਸ਼ਿਵ ਸੈਨਾ ਦੇ 18 ਐਮਪੀ ਕੱਢਦੇ ਆ, 2 ਅਕਾਲੀ ਦਲ ਦੇ ਕੱਢਦੇ ਆ ਜੋ ਸਮਰਥਨ ਦਿੱਤੇ ਗਏ, 20 ਆਪਾਂ ਮਾਈਨਸ ਕਰ ਦਈਏ ਤਾਂ ਫਿਰ ਵੀ 333 ਮੈਂਬਰਸ ਇਹਨਾਂ ਕੋਲੇ ਹੈਗੇ ਨੇ ਜਿਸ ਦੇ ਨਾਲ ਇਹ ਉੱਥੋਂ ਮਿਲ ਸਕਦੇ ਸੀ। ਰਾਜ ਸਭਾ ਦੀ ਆਪਾਂ ਗੱਲ ਕਰੀਏ, ਆਪਾਂ ਆਲਰੇਡੀ ਗੱਲ ਕਰ ਚੁੱਕੇ 105 ਤੇ 110, ਤਾਂ ਟੋਟਲ ਮਿਨੀਮਮ ਵੀ ਜੇ ਆਪਾਂ ਗੱਲ ਕਰੀਏ ਤਾਂ ਗਵਰਨਮੈਂਟ ਕੋਲੇ 400+ ਮੈਂਬਰ ਸੀ ਤੇ ਇਹ ਬੜਾ ਈਜ਼ੀਲੀ ਜੁਆਇੰਟ ਸੈਸ਼ਨ ਵਿੱਚੋਂ ਪਾਸ ਹੋ ਜਾਣਾ ਸੀ। ਤਾਂ ਮੈਂ ਬੇਨਤੀ ਕਰਦਾ ਕਿ ਨਾ ਤਾਂ ਕਿਸੇ ਨੇ ਜੁਆਇੰਟ ਅਸੈਂਬਲੀ ਦੀ ਗੱਲ ਕੀਤੀ, ਨਾ ਕੋਈ ਉਸ ਦਿਨ ਦੀ ਅਟੈਂਡੈਂਸ ਦੀ ਗੱਲ ਕਰ ਰਿਹਾ ਕਿ ਉਸ ਦਿਨ ਜੋ ਅਟੈਂਡੈਂਸ ਕਿੰਨੀ ਸੀਗੀ। ਮੁੱਦੇ ਬਹੁਤ ਸਾਰੇ ਬਣਾਏ ਜਾ ਰਹੇ ਕਿ ਇਦਾਂ ਕਰਤਾ, ਧੱਕੇ ਨਾਲ ਪਾਸ ਕਰਤਾ, ਇਹ ਕਰਤਾ, ਉਹ ਕਰਤਾ। ਉਹ ਅਟੈਂਡੈਂਸ ਨੂੰ ਦੇਖ ਕੇ ਮੈਨੂੰ ਕੈਲਕੂਲੇਸ਼ਨ ਤੇ ਮੈਂ ਕਹਿ ਸਕਦਾ ਕਿ ਜੇ ਵੋਟਿੰਗ ਵੀ ਹੁੰਦੀ ਤਾਂ ਕਿਤੇ ਨਾ ਕਿਤੇ ਗਵਰਨਮੈਂਟ ਨੇ ਇਸ ਨੂੰ ਪਾਸ ਕਰ ਦੇਣਾ ਸੀ। ਤਾਂ ਇਹ ਦੋਨੇ ਚੀਜ਼ਾਂ ਨੂੰ ਦੇਖਦੇ ਹੋਏ ਇਹ ਪ੍ਰੂਵ ਹੁੰਦਾ ਹੈ ਕਿ ਜਿਹੜਾ ਦਾ ਪੂਰੇ ਦੇ ਪੂਰੇ ਤਿੰਨੇ ਐਕਟਸ ਨੇ, ਆਲ ਐਕਟਸ ਨੇ, ਉਹ ਕੰਪਲੀਟਲੀ ਕਨਸਟੀਟਿਊਸ਼ਨਸ ਨੇ। ਇਹ ਸਿਰਫ ਲੋਕਾਂ ਦੇ ਵਿੱਚ ਭਰਮ ਫੈਲਾਇਆ ਜਾ ਰਿਹਾ ਕਿਉਂਕਿ ਪਹਿਲਾਂ ਮੁੱਦੇ ਹੋਰ ਚੱਲ ਰਹੇ ਸੀ। ਮੈਂ ਪਹਿਲੀਆਂ ਵੀਡੀਓਜ਼ 'ਚ ਵੀ ਗੱਲ ਕੀਤੀ ਹੈ ਕਿ ਲੋਕਾਂ ਨੂੰ ਭਟਕਾਓ ਨਾ, ਪਹਿਲਾਂ ਬਿੱਲ ਨਹੀਂ ਪੜ੍ਹੇ ਗਏ, ਬਿੱਲਾਂ ਨੂੰ ਹੁਣ ਅਗਲੀ ਵੀਡੀਓ ਦੇ ਵਿੱਚ ਆਪਾਂ ਉਹ ਵੀ ਗੱਲ ਕਰਾਂਗੇ ਸਰਕਾਰ ਨੇ ਪ੍ਰਪੋਜ਼ਲ ਭੇਜ ਕੇ ਕਿਸ ਤਰ੍ਹਾਂ ਨਾਲ ਜੋ ਜਵਾਬ ਦਿੱਤਾ ਹੈਗਾ, ਜਿਸ ਤਰ੍ਹਾਂ ਨਾਲ ਸਾਰਿਆਂ ਨੇ ਡਿਸਕਸ਼ਨ ਕੀਤਾ, ਉਹਦੇ ਵੀ ਆਪਾਂ ਡਿਸਕਸ਼ਨ ਕਰਾਂਗੇ ਕਿ ਕੀ ਚੀਜ਼ਾਂ ਉਹਦੇ ਵਿੱਚੋਂ ਨਿਕਲ ਕੇ ਆਉਂਦੀਆਂ ਨੇ। ਤਾਂ ਇਹ ਪ੍ਰੂਵ ਹੁੰਦਾ ਕਿ ਜਿਹੜਾ ਇਹ ਭਰਮ ਹੈ ਕਿ ਅਸੀਂ ਸੈਸ਼ਨ ਸਾਰੇ ਬਿੱਲ ਰੀਪੀਲ ਕੀਤੇ ਜਾਣ, ਇਹ ਅਨਕਨਸਟੀਟਿਊਸ਼ਨਲ ਨੇ, ਇਹ ਅਨਕਨਸਟੀਟਿਊਸ਼ਨਲ ਨਹੀਂ ਨੇ। ਜੋ ਵੀ ਚੀਜ਼ ਇਸ ਨੂੰ ਪੜ੍ਹ ਸਕਦਾ, ਮੈਂ ਵੀ ਆਪਦੀ ਆਪ ਸਟੱਡੀ ਕੀਤੀ ਹੈ, ਤੁਸੀਂ ਪੜ੍ਹ ਸਕਦੇ ਹੋ। ਸਾਰੇ ਆਰਟੀਕਲਸ ਇੱਥੇ ਲਿਖੇ ਹੋਏ ਨੇ, ਮੈਂ ਐਕਸਪਲੇਨ ਵੀ ਕੀਤੇ ਨੇ, ਤੁਸੀਂ ਵੀ ਇਸ ਚੀਜ਼ ਨੂੰ ਦੇਖ ਸਕਦੇ ਨੇ। ਮੇਰੀ ਫਿਰ ਇੱਕ ਵਾਰੀ ਸਭ ਨੂੰ ਬੇਨਤੀ ਹੈ ਕਿ ਕਾਨੂੰਨ ਗਵਰਨਮੈਂਟਸ ਆਉਂਦੀਆਂ ਰਹਿਣੀਆਂ, ਜਾਂਦੀਆਂ ਰਹਿਣੀਆਂ, ਜੋ ਲਾਜ਼ ਬਣਨੇ ਨੇ ਕਿਸੇ ਵੀ ਤਰੀਕੇ ਨਾਲ ਰਿਫਾਰਮਸ ਹੋਣਾ ਹੈ। ਐਗਰੀਕਲਚਰ ਸੈਕਟਰ ਦੇ ਵਿੱਚ ਵੀ, ਹਰ ਸੈਕਟਰ ਦੇ ਵਿੱਚ ਰਿਫਾਰਮ ਹੋ ਰਿਹਾ, ਐਗਰੀਕਲਚਰ ਸੈਕਟਰ ਦੇ ਵਿੱਚ ਵੀ ਰਿਫਾਰਮ ਹੋਣਾ, ਤਾਂ ਬੈਟਰ ਹੈ ਕਿ ਇਸ ਨੂੰ ਜੇ ਆਪਾਂ ਹੋਰ ਅੱਛੇ ਤਰੀਕੇ ਨਾਲ ਜਾਂ ਇਹਦੇ ਵਿੱਚ ਨਵੀਆਂ ਪ੍ਰੋਵੀਜ਼ਨ ਐਡ ਕਰਕੇ ਚਲਾ ਲਈਏ, ਉਸ ਦੀ ਗੱਲ ਨਹੀਂ ਹੋ ਰਹੀ। ਫਿਰ ਕਿਤੇ ਨਾ ਕਿਤੇ ਬੜਾ ਦੁੱਖ ਹੁੰਦਾ ਹੈ ਜਦੋਂ ਪਤਾ ਲੱਗਦਾ ਕਿ ਸਾਡਾ ਹੀ ਕੋਈ ਕਿਸਾਨ ਭਾਈ ਉੱਥੇ ਸ਼ਹੀਦ ਹੋ ਜਾਂਦਾ ਹੈ, ਤਾਂ ਬੜਾ ਬੁਰਾ ਲੱਗਦਾ ਹੈ। ਕਿਤੇ ਨਾ ਕਿਤੇ ਆਪਾਂ ਨੂੰ ਇਸ ਨੂੰ ਇੱਕ ਪੋਜ਼ਿਟਿਵ ਸੋਲੂਸ਼ਨ ਕੱਢਣਾ ਪਊਗਾ ਤਾਂ ਕਿ ਜਲਦੀ ਜਲਦੀ ਇਹ ਮੁੱਦਾ ਸੋਲਵ ਹੋ ਸਕੇ। ਤਾਂ ਮੈਂ ਉਮੀਦ ਕਰਦਾ ਕਿ ਸਾਰੇ ਇਸ ਚੀਜ਼ ਨੂੰ ਸਮਝਣਗੇ ਤੇ ਕਿਸੇ ਦੇ ਪਿੱਛੇ ਇਸ ਤਰ੍ਹਾਂ ਨਹੀਂ ਜਾਣ ਦੀ ਜ਼ਰੂਰਤ, ਪਹਿਲਾਂ ਖੁਦ ਵੀ ਉਸ ਚੀਜ਼ ਨੂੰ ਸਟੱਡੀ ਕਰੋ ਤਾਂ ਕਿ ਆਪਾਂ ਨੂੰ ਵੀ ਅੱਗੇ ਸਾਰੀ ਜਾਣਕਾਰੀ ਹੋਵੇ। ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਉਮੀਦ ਕਰਦਾ ਕਿ ਸਾਰੇ ਇਸ ਵੱਲ ਬਹੁਤ ਧਿਆਨ ਦੇਣਗੇ।